हाँ जी प्यारे साथियों, करते हैं शुरुआत आप हिस्टरी की क्लास की, जिहदे विच कि आप 7वीं क्लास की हिस्टरी स्टार्ट की थी, जिहड़ी कि आप NCERT तो स्टार्ट की सी। इहदा पहला चैप्टर जिहड़ा आप बहुत ही बरीकी दे नाल पढ़ चुके हैं, ते इहदे नाल ही आप जिहड़ा वा 7वीं क्लास की जिहड़ी अपनी पंजाब बोर्ड की बुक आ, इहदे तो भी आप हिस्टरी पढ़ रहे हैं, ते इहदे तो भी पढ़ रहे हैं। दोनों किताबों का जिहड़ा वा आप निचोड़ कर रहे हैं, ठीक है। ते एक ना मैं वीडियो पाई सी पहला भी, ते उहदे विच मैं दस्सिया सी भी सब तो पहला NCERT का जिहड़ी आपां करानी शुरू कीती, इहदे तो पहला मैं एक वीडियो पाई सी जिहदे विच मैं दस्सिया सी कि आपां नूं NCERT दे विचों पेपर आउणा ही आउणा, ठीक है। किन्ना आउंदा, बहुत आउंदा, थोड़ा आउंदा, ओह गल बाद दी, बट इन्ना ते पता ना कि आउणा वा। ਉਹਦੇ ਵਿੱਚ ਮੈਂ ਕਾਫੀ ਕੁਐਸਚਨ ਦੱਸੇ ਸੀ, ਜਿਹਦੇ ਵਿੱਚ ਮੈਂ ਦੱਸਿਆ ਸੀ ਕਿ ਆਪਾਂ ਨੂੰ ਜਿਹੜਾ ਵਾ ਕਿਹੜੇ ਕੁਐਸਚਨ ਜਿਹੜੇ ਆਪਾਂ ਨੂੰ ਆਏ ਆ NCERT ਦੇ ਵਿੱਚੋਂ, ਠੀਕ ਹੈ। ਪਰ ਉਸ ਵੀਡੀਓ ਤੇ ਇੱਕ ਲੜਕੀ ਦਾ ਕਮੈਂਟ ਆਇਆ ਸੀ, ਉਹਨੇ ਕਿਹਾ ਸੀ ਵੀ ਅਸੀਂ ਐ ਨਹੀਂ ਮੰਨਦੇ ਵੀ ਤੁਸੀਂ ਸਾਨੂੰ ਸਬੂਤ ਦਿਓ। ਉਹਨੇ ਕਿਹਾ ਸੀ ਕਿ ਦੀਦੀ ਤੁਸੀਂ ਸਾਨੂੰ ਸਬੂਤ ਦਿਓ, ਅਸੀਂ ਫਿਰ ਮੰਨਾਂਗੇ। ਤੇ ਉਹ ਸਬੂਤ ਮੈਂ ਲੈ ਕੇ ਅੱਜ ਹਾਜ਼ਰ ਹਾਂ, ਤੇ 1 ਬਾਏ 1 ਮੈਂ ਸਬੂਤ ਲੈके ਆਉਂਦੀ ਰਹੂੰਗੀ ਤੁਹਾਡੇ ਸਾਹਮਣੇ, ਠੀਕ ਆ। ਸਾਡਾ ਜਿਹੜਾ ਪੇਪਰ ਹੋਇਆ ਸੀ ਅਪ੍ਰੈਲ ਦੇ ਵਿੱਚ, 30 ਅਪ੍ਰੈਲ ਨੂੰ ਸਾਡਾ ਪੇਪਰ ਹੋਇਆ ਸੀ ਨਾ PS ਟੈਟ ਦਾ, ਹਨਾ। ਸਭ ਤੋਂ ਪਹਿਲਾਂ ਤਾਂ ਸਾਡਾ ਪੇਪਰ ਮਾਰਚ 'ਚ ਹੋਇਆ ਸੀ, ਮਾਰਚ ਵਾਲਾ ਪੇਪਰ ਹਾਈਲਾਈਟ ਹੋ ਗਿਆ ਸੀ, ਉਹ ਕੈਂਸਲ ਹੋ ਗਿਆ, ਤੇ ਪੇਪਰ 2 ਜਿਹੜਾ ਆਪਣਾ ਦੁਬਾਰਾ ਹੋਇਆ ਸੀ 30 ਅਪ੍ਰੈਲ ਨੂੰ। ਉਹਦੇ ਵਿੱਚ ਸਾਨੂੰ ਇੱਕ ਕੁਐਸਚਨ ਆਇਆ ਸੀ ਪ੍ਰਸ਼ਸਤੀਆਂ ਕੀ ਸਨ। ਇਹਦੇ ਬਾਰੇ ਮੈਂ ਪਹਿਲਾਂ ਵੀ ਵੀਡੀਓ ਪਾਈ ਆ, ਜਿਹਦੇ ਵਿੱਚ ਮੈਂ ਦੱਸਿਆ ਸੀ ਪ੍ਰਸ਼ਸਤੀਆਂ ਬਾਰੇ ਡਿਟੇਲ ਦੇ ਨਾਲ ਮੈਂ ਦੱਸਿਆ ਸੀ, ਠੀਕ ਹੈ। ਤੇ ਉਦੋਂ ਕੀ ਸੀ ਕਿ ਉਦੋਂ ਮੇਰੇ ਕੋਲ ਇਹ ਜਿਹੜੀ ਬੁੱਕ ਸੀ ਉਦੋਂ ਮੇਰੇ ਕੋਲ ਅਵੇਲੇਬਲ ਨਹੀਂ ਸੀ। ਜਿਵੇਂ ਮੈਂ ਦੱਸਿਆ ਸੀ ਕਿਸੇ ਲੜਕੀ ਨੇ ਮੇਰੇ ਤੋਂ ਲੈ ਕੇ ਗਈ ਸੀ, ਤੇ ਮੈਨੂੰ ਇਹ ਦੁਬਾਰਾ ਮੰਗਵਾਉਣੀਆਂ ਪਈਆਂ ਬੁੱਕਸ, ਠੀਕ ਆ। ਤੇ ਇਹ ਪ੍ਰਸ਼ਸਤੀਆਂ ਵਾਲਾ ਜਿਹੜਾ ਕੁਐਸਚਨ ਆ, ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਇਹ ਕਿਹੜੇ ਚੈਪਟਰ ਤੋਂ ਆਇਆ, ਠੀਕ ਆ। ਆ 7ਵੀਂ ਕਲਾਸ ਦੀ ਆਪਣੇ ਕੋਲ ਕੀ ਆ, ਹਿਸਟਰੀ ਆ। ਇਹਦਾ ਚੈਪਟਰ ਦਾ ਨਾਮ ਕੀ ਆ, ਚੈਪਟਰ ਕਿਹੜਾ ਵਾ, ਦੂਜਾ ਚੈਪਟਰ ਆ। ਦੂਜਾ ਚੈਪਟਰ ਆ ਰਾਜਾ ਔਰ ਉਨਕੇ ਰਾਜ। ਇਸੇ ਹੀ ਚੈਪਟਰ ਦੇ ਵਿੱਚ ਜਿਹੜਾ ਵਾ ਆ ਪ੍ਰਸ਼ਸਤੀਆਂ ਵਾਲਾ ਕੁਐਸਚਨ ਜਿਹੜਾ ਵਾ ਆਇਆ ਵਾ, ਠੀਕ ਆ। ਮੇਰੇ ਕੋਲ ਸੈੱਟ ਹੈਗਾ ਵਾ ਆਈ ਥਿੰਕ D ਸੈੱਟ ਆ, ਹਾਂਜੀ ਮੇਰੇ ਕੋਲ D ਸੈੱਟ ਆ, ਤੇ D ਸੈੱਟ ਦਾ ਕੁਐਸਚਨ ਨੰਬਰ ਹੈਗਾ ਵਾ 109, ਜਿਹਦੇ ਵਿੱਚ ਉਹਨਾਂ ਨੇ ਕਿਹਾ ਪ੍ਰਸ਼ਸਤੀਆਂ ਕੀ ਸਨ। ਇਹ ਵਿਸ਼ੇਸ਼ ਪ੍ਰਕਾਰ ਦੀਆਂ ਕਾਵਿ ਲਿਖਤਾਂ ਸਨ ਜੋ ਪੜ੍ਹੇ ਲਿਖੇ ਬ੍ਰਾਹਮਣਾਂ ਦੁਆਰਾ ਸ਼ਾਸਕਾਂ ਦੀ ਪ੍ਰਸ਼ੰਸਾ ਵਿੱਚ ਲਿਖੀਆਂ ਗਈਆਂ ਸਨ। ਇਹ ਪੂਰਨ ਤੌਰ ਤੇ ਸੱਚ ਨਹੀਂ ਸਨ, ਪਰ ਇਹ ਸਾਨੂੰ ਦੱਸਦੀਆਂ ਹਨ ਕਿ ਉਹਨਾਂ ਸਮਿਆਂ ਦੇ ਸ਼ਾਸਕ ਆਪਣੇ ਆਪ ਨੂੰ ਦਿਖਾਉਣਾ ਚਾਹੁੰਦੇ ਸਨ। ਇਹ ਇਹਦੀ ਰਾਈਟ ਆਪਸ਼ਨ ਸੀਗੀ। ਮੇਰਾ ਵੈਸੇ ਸਹੀ ਗਿਆ ਸੀ ਇਹ ਕੁਐਸਚਨ, ਤੇ ਕਿਉਂਕਿ ਮੈਂ ਪੜ੍ਹ ਕੇ ਗਈ ਸੀ NCERT, ਠੀਕ ਆ। ਰਾਜਾਂ ਦੇ ਅਮਲਾ ਪ੍ਰਬੰਧਨ ਦੇ ਖਰਚੇ ਦਾ ਪ੍ਰਬੰਧ ਕਰਨ ਲਈ ਵਰਤੋਂ ਜਾਂਦੇ ਵਸੀਲੇ ਨਹੀਂ, ਇਹ ਆਪਸ਼ਨ ਗਲਤ ਸੀ। ਹੜ੍ਹਾਂ ਤੋਂ ਬਚਾਅ ਲਈ ਬਣਾਏ ਗਏ ਬੰਨ, ਇਹ ਵੀ ਗਲਤ ਸੀ। ਚੌਲ ਸ਼ਾਸਨ ਦੌਰਾਨ ਸਭਾ ਦੀ ਇੱਕ ਕਮੇਟੀ ਦਾ ਮੈਂਬਰ ਬਣਨ ਲਈ ਜ਼ਰੂਰੀ ਯੋਗਤਾਵਾਂ ਨੂੰ ਦਰਸਾਉਂਦਾ ਦਸਤਾਵੇਜ਼ ਨਹੀਂ, ਇਹਦੀ ਰਾਈਟ ਆਪਸ਼ਨ ਹੋਣੀ ਸੀ ਪਹਿਲੀ। ਇਹਦੇ ਬਾਰੇ ਮੈਂ ਬਹੁਤ ਹੀ ਡਿਟੇਲ ਦੇ ਨਾਲ ਜਾਣਕਾਰੀ ਦਿੱਤੀ ਕਮੈਂਟ ਸੈਕਸ਼ਨ ਦੇ ਵਿੱਚ, ਜਿਹੜੀ ਵੀਡੀਓ ਦੇ ਵਿੱਚ ਮੈਂ ਪ੍ਰਸ਼ਸਤੀਆਂ ਬਾਰੇ ਦੱਸਿਆ, ਤੇ ਜਿੱਦਾਂ ਮੈਂ ਦੱਸਿਆ ਸੀ ਵੀ NCERT ਦੇ ਵਿੱਚ ਉਹ ਕੁਐਸਚਨ ਉਹ ਮੈਂ ਪਿੰਨ ਕੀਤਾ ਕਮੈਂਟ ਸੈਕਸ਼ਨ ਦੇ ਵਿੱਚ, ਉਹ ਕਲਾਸ ਦਾ ਲਿੰਕ ਉਹ ਜਾ ਕੇ ਚੈੱਕ ਕਰੋ। ਤੇ ਇਹ ਉਸ ਕਲਾਸ ਦਾ ਪ੍ਰੂਫ ਆ। ਜਿਹੜੀ ਕੁੜੀ ਨੇ ਕਮੈਂਟ ਕੀਤਾ ਸੀ ਨਾ ਕਿ ਦੀਦੀ ਸਬੂਤ ਦਿਓ, ਆ ਪਿਆ ਸਬੂਤ। NCERT ਦੀ ਕਿਤਾਬ 7ਵੀਂ, ਤੇ 7ਵੀਂ ਕਿਤਾਬ ਦਾ ਹਿਸਟਰੀ ਪੋਰਸ਼ਨ ਦਾ ਪਾਰਟ ਹੈਗਾ ਵਾ ਚੈਪਟਰ ਦੂਜਾ, ਤੇ ਇਹਦਾ ਪੇਜ ਨੰਬਰ ਹੈਗਾ ਵਾ 18 ਨੰਬਰ ਪੇਜ। ਆ ਦੇਖੋ, ਠੀਕ ਆ, ਆ ਦੇਖੋ, ਸ਼ਾਇਦ ਤੁਹਾਨੂੰ ਦਿਸ ਰਿਹਾ ਹੋਵੇ, प्रशस्तियां और भूमि अनुदान, जिहदे विच उन्होंने ने किया वा प्रशस्तियां ये ऐसे ब्यूरे होते हैं जो शब्द सत्य नहीं भी हो सकते, ठीक है। फिर इन्होंने कहा लेकिन यह प्रशस्तियां हमें बताती हैं कि शासक खुद को कैसा दर्शाना चाहता था। मैं दस्सिया सी ना भी इतिहासकार उन्होंने दरबार दे विच विद्वान रहिंदे सी, ते जो भी आपदे बारे फैलाउणा चाहुंदे सी, जो भी दिखाउणा चाहुंदे सी अपने आप नूं, विद्वान उही लिख दिंदे सी। प्रशस्तियां दा मीनिंग की आ, प्रशंसा दे विच लिखियां गईयां लिखतां। ਉਹ क्लास ਜਿਹੜੀ कमेंट सैक्शन दे विच पिन कीती पई है, जरूर चेक करो, ठीक है। फिर ये कहते हैं मिसाल के लिए शूरवीर विजय योद्धा के रूप में यह विद्वान ब्राह्मणों द्वारा रची गई थी जो अक्सर प्रशासन में मदद करते थे। ए लो तुहाडे सामने सबूत, हिस्ट्री दा पाठ दूजा NCERT तो आ वाले चैप्टर, आ चैप्टर दा नाम आ, ते इहदे विच जिहड़ा वा
ਇਹ ਪ੍ਰਸ਼ਸਤੀਆਂ ਵਾਲਾ ਕੁਐਸਚਨ ਸਾਨੂੰ ਆਇਆ ਸੀ ਪੀਐਸ ਟੱਟ ਵਾਲਿਓ। ਤੇ ਇਹ ਜਿਹੜੀ ਬੁੱਕ ਆ, ਇਹ ਜਿਹੜੀ 7ਵੀਂ ਕਲਾਸ ਦੀ ਬੁੱਕ ਆ, ਚੈਪਟਰ ਦੂਜਾ ਤੇ ਪੇਜ ਨੰਬਰ ਹੈਗਾ ਵਾ 18 ਨੰਬਰ ਪੇਜ ਮੇਰੇ ਕੋਲ ਤੇ ਪਾਠ ਦੂਜਾ। ਠੀਕ ਆ, ਕਲੀਅਰ ਆ ਸਬੂਤ? ਜੇ ਕੋਈ ਹੋਰ ਡਾਊਟ ਹੋਵੇ ਤੇ ਕਮੈਂਟ ਕਰ ਦਿਓ। ਆਪਾਂ ਨੇ ਤੁਹਾਡੇ ਸਾਰੇ ਡਾਊਟ ਜਿਹੜੇ ਨੇ ਕਲੀਅਰ ਕਰਨੇ ਨੇ। ਹੁਣ ਗੱਲ ਆਉਂਦੀ ਆ, ਆਪਾਂ ਇਸ ਚੈਪਟਰ ਨੂੰ ਹੁਣ ਡਿਟੇਲ ਦੇ ਨਾਲ ਪੜ੍ਹਨਾ ਵਾ ਦੋਨਾਂ ਕਿਤਾਬਾਂ ਤੋਂ ਹੀ। ਠੀਕ ਆ, ਇਹਦੇ ਤੋਂ ਵੀ ਤੇ ਇਹਦੇ ਤੋਂ ਵੀ। ਠੀਕ ਆ, ਮੈਂ ਥੋੜਾ ਫਾਸਟ ਚੱਲੂੰਗੀ। ਠੀਕ ਆ, ਤੇ ਤੁਸੀਂ ਜਿਹੜਾ ਵਾ ਅਮਲ ਕਰਦੇ ਜਾਣਾ ਵਾ। ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣੀ ਪੰਜਾਬ ਬੋਰਡ ਦੀ ਬੁੱਕ ਦਾ ਜਿਹੜੀ 7ਵੀਂ ਕਲਾਸ ਦੀ ਕਿਤਾਬ ਆ ਹਿਸਟਰੀ ਦੀ, ਹਨਾ, ਉਹਦੇ ਤੇ ਦੂਜਾ ਚੈਪਟਰ ਹੈਗਾ ਵਾ ਨਵੇਂ ਰਾਜ ਅਤੇ ਰਾਜੇ। ਆਲਮੋਸਟ ਸੇਮ ਹੀ ਆ ਚੈਪਟਰਾਂ ਦੇ ਨਾਮ ਦੇ ਵਿੱਚ, ਸਾਨੂੰ ਕੋਈ ਖਾਸ ਫਰਕ ਨਹੀਂ ਲੱਗ ਰਿਹਾ। ਪਰ ਦੋਵਾਂ ਚੈਪਟਰਾਂ ਤੇ ਸੋਹਣੀ ਜਾਣਕਾਰੀ ਦਿੱਤੀ ਹੈ, ਦੋਵਾਂ ਚੈਪਟਰਾਂ ਤੇ ਹੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਆ। ਪਰ ਜ਼ਿਆਦਾ ਐਕਸਟਰਾ ਜਿਹੜੀ ਨੌਲੇਜ ਆ, ਠੀਕ ਆ, ਜਿਹੜੀ ਐਕਸਟਰਾ ਨੌਲੇਜ ਆ ਉਹ ਸਾਨੂੰ NCERT ਦੇ ਵਿੱਚੋਂ ਮਿਲਣੀ ਆ। ਤੇ ਇਹਦੇ ਵਿੱਚ ਤੇ ਅਸੀਂ ਅੱਜ ਤੱਕ ਪੜ੍ਹਦੇ ਹੀ ਆਏ ਆ ਤੇ ਕਰਾਉਂਗੀ ਮੈਂ ਤੁਹਾਨੂੰ ਦੋਨਾਂ ਤੋਂ। ਠੀਕ ਆ, ਆਪਾਂ ਚੈਪਟਰ ਕਰਦੇ ਆ ਰੀਡ। ठीक है, NCERT ਦੇ ਵਿੱਚ ਇਹ ਕਹਿੰਦੇ कि 7वीं शताब्दी के बाद कई राजवंशों का उदय हुआ। मानचित्र 1 में उपमहाद्वीप के विभिन्न हिस्सों में 7वीं से 12वीं शताब्दी के बीच शासन करने वाले प्रमुख राजवंशों को दिखलाया गया है। इन्होंने भी एक मैप दिता। ठीक है, ਜਿਹੜੇ ਰਾਜੇ ਜਿਹੜੇ ਨਵੇਂ ਰਾਜਿਆਂ ਦਾ ਉਥਾਨ ਹੋਇਆ, ਠੀਕ ਹੈ, ਉਹ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਨਕਸ਼ਿਆਂ ਦੇ ਉੱਤੇ ਦਿੱਤਾ ਵਾ। ਤੇ ਆਪਾਂ ਇੱਥੇ ਵੀ ਵੇਖ ਲੈਂਦੇ ਆ। ਠੀਕ ਹੈ, 1 ਮਿੰਟ। ਆਲਮੋਸਟ ਪਹਿਲਾ ਪੇਜ ਜਿਹੜਾ ਸੇਮ ਹੀ ਆ। ਇਹਨਾਂ ਸਾਡੇ ਪੰਜਾਬ ਬੋਰਡ ਵਾਲਿਆਂ ਨੇ ਵੀ ਸੇਮ ਜਾਣਕਾਰੀ ਦਿੱਤੀ ਆ। ਠੀਕ ਹੈ, ਤੇ ਇਹਨਾਂ ਨੇ ਵੀ ਇਹ ਕਿਹਾ ਵਾ ਮੁੱਢਲੇ ਮੱਧਕਾਲੀਨ ਯੁੱਗ ਦੌਰਾਨ ਭਾਰਤ ਦੇ ਉੱਤਰੀ ਅਤੇ ਦੱਖਣੀ ਭਾਗਾਂ ਵਿੱਚ ਬਹੁਤ ਸਾਰੇ ਨਵੇਂ ਰਾਜਾਂ ਦਾ ਉਥਾਨ ਹੋਇਆ। ਉਸ ਸਮੇਂ ਉੱਤਰੀ ਭਾਰਤ ਵਿੱਚ ਗੁਰਜਰ, ਪ੍ਰਤੀਹਾਰ, ਪਾਲ, ਰਾਜਪੂਤ ਅਤੇ ਗਜ਼ਨਵੀ ਤੇ ਗੌਰੀ ਰਾਜ ਸਥਾਪਿਤ ਸਨ। ਇਹ ਪੁਆਇੰਟ ਤੁਸੀਂ ਨੋਟ ਕਰ ਲਓ ਕਿ ਸਾਡੇ ਪੰਜਾਬ ਬੋਰਡ ਵਾਲੇ ਕੀ ਕਹਿੰਦੇ, ਇਹ ਕਹਿੰਦੇ ਵੀ ਉੱਤਰੀ ਭਾਰਤ ਦੇ ਵਿੱਚ, ਠੀਕ ਆ, ਉੱਤਰੀ ਭਾਰਤ ਦੇ ਵਿੱਚ ਕਿਹੜੇ-ਕਿਹੜੇ ਰਾਜਿਆਂ ਦਾ ਉਥਾਨ ਹੋਇਆ ਸੀ, ਆਪਾਂ ਲਿਖ ਲੈਂਦੇ ਆ। ਇੱਕ ਇਹਨਾਂ ਨੇ ਕਿਹਾ ਵਾ ਗੁਰਜਰ ਪ੍ਰਤੀਹਾਰ। ਠੀਕ ਹੈ, ਬਹੁਤ ਸੋਹਣੀ ਜਾਣਕਾਰੀ ਆਪਣੀ ਪੰਜਾਬ ਬੋਰਡ ਦੀ ਬੁੱਕ ਤੇ ਵੀ ਦਿੱਤੀ ਆ, ਗੁਰਜਰ ਪ੍ਰਤੀਹਾਰ। ਫਿਰ ਇਹਨਾਂ ਨੇ ਅਗਲਾ ਵੰਸ਼ ਦਿੱਤਾ ਵਾ ਪਾਲ ਵੰਸ਼ ਹੋ ਗਿਆ। ਠੀਕ ਆ, ਫਿਰ ਇਹਨਾਂ ਨੇ ਦਿੱਤਾ ਵਾ ਰਾਜਪੂਤ ਰਾਜੇ ਹੋ ਗਏ। ਠੀਕ ਆ, ਰਾਜਪੂਤ ਰਾਜੇ ਹੋ ਗਏ। ਫਿਰ ਇਹਨਾਂ ਨੇ ਦਿੱਤਾ ਆ ਗਜ਼ਨਵੀ ਹੋ ਗਿਆ ਤੇ ਗੌਰੀ ਹੋ ਗਿਆ। ਗਜ਼ਨਵੀ ਹੋ ਗਿਆ ਤੇ ਗੌਰੀ ਹੋ ਗਿਆ। ਇਹ ਉਹ ਰਾਜੇ ਆ, ਉਹ ਵੰਸ਼ ਜਿਹੜੇ ਕਿ ਉੱਤਰੀ ਭਾਰਤ ਦੇ ਇਲਾਕੇ ਵਿੱਚ ਡਿਵੈਲਪਮੈਂਟ ਇਹਨਾਂ ਦੀ ਹੋਈ। ਠੀਕ ਹੈ, ਇਹ ਇਹਨਾਂ ਨੇ ਇੱਥੇ ਦੱਸਿਆ ਸਟਾਰਟਿੰਗ ਦੇ ਵਿੱਚ। ਫਿਰ ਕਹਿੰਦੇ ਦੱਖਣ ਵਿੱਚ ਰਾਸ਼ਟਰਕੂਟ ਰਾਜ ਕਰਦੇ ਸਨ। ਦੱਖਣ ਯਾਨੀ ਕਿ ਦੱਖਣ ਤੋਂ ਇਹਨਾਂ ਤੁਸੀਂ ਕਨਫਿਊਜ਼ ਨਾ ਹੋਇਆ ਕਰੋ। ਦੱਖਣੀ ਭਾਰਤ ਦੇ ਵਿੱਚ ਗੱਲ ਕਰ ਰਹੇ ਆ, ਦੱਖਣੀ ਭਾਰਤ ਦੀ। ਕਹਿੰਦੇ ਵੀ ਦੱਖਣੀ ਭਾਰਤ ਦੇ ਵਿੱਚ ਕਿਹੜੇ ਰਾਜੇ ਸੀਗੇ, ਇਹ ਇਹਨਾਂ ਨੇ ਇੱਥੇ ਦੱਸਿਆ ਰਾਸ਼ਟਰਕੂਟ ਰਾਜੇ। ਠੀਕ ਆ, ਰਾਸ਼ਟਰਕੂਟ ਰਾਜੇ। ਠੀਕ ਆ, ਰਾਸ਼ਟਰਕੂਟ ਰਾਜੇ। ਫਿਰ ਇਹ ਕਹਿੰਦੇ ਆ ਇੱਥੇ ਹੋਰ ਵੀ ਬਹੁਤ ਸਾਰੇ ਛੋਟੇ ਰਾਜ ਸਨ ਦੱਖਣ ਵਿੱਚ। ਹੋਰ ਇਹਨਾਂ ਨੇ ਜਿਹੜੇ ਹੋਰ ਰਾਜੇ ਦੱਸੇ ਆ, ਉਹ ਇਹਨਾਂ ਨੇ ਦੱਸੇ ਆ ਪੱਲਵ ਦੱਸੇ ਆ। ਠੀਕ ਆ, ਪੱਲਵ ਦੱਸੇ ਆ। ਫਿਰ ਇਹਨਾਂ ਨੇ ਦੱਸੇ ਆ ਪਾਂਡਵ ਦੱਸੇ ਆ, ਪਾਂਡੇ। ਠੀਕ ਆ, ਪਾਂਡੇ ਦੱਸੇ ਆ। ਫਿਰ ਇਹਨਾਂ ਨੇ ਦੱਸੇ ਆ ਚੌਲ ਰਾਜ। ਠੀਕ ਆ, ਇਹ ਕਨਸੈਪਟ ਤੁਹਾਨੂੰ ਕਲੀਅਰ ਹੋਣੇ ਚਾਹੀਦੇ। ਉੱਤਰੀ ਭਾਰਤ ਦੇ ਵਿੱਚ ਗੁਰਜਰ ਆਉਂਦੇ ਆ। ਠੀਕ ਆ, ਪ੍ਰਤੀਹਾਰ ਆਉਂਦੇ, ਪਾਲ ਆਉਂਦੇ, ਰਾਜਪੂਤ ਆਉਂਦੇ ਆ, ਗਜ਼ਨਵੀ ਆਉਂਦਾ, ਗੌਰੀ ਆਉਂਦਾ। ਤੇ ਦੱਖਣੀ ਭਾਰਤ ਦੇ ਵਿੱਚ ਰਾਸ਼ਟਰਕੂਟ, ਪੱਲਵ ਤੇ ਪਾਂਡੇ ਆਉਂਦੇ ਆ ਤੇ ਚੌਲ ਆਉਂਦੇ ਆ। ਠੀਕ ਆ, ਇਹ ਪੁਆਇੰਟ ਇਹ ਸਾਡੀ ਪੰਜਾਬ ਬੋਰਡ ਦੀ ਬੁੱਕ ਤੇ ਇਹਨਾਂ ਨੇ ਦਿੱਤਾ ਵਾ। ਠੀਕ ਆ, ਹੁਣ ਆਪਾਂ ਜਾਂਦੇ ਆ ਇਹਨਾਂ ਤੇ। ਇਹਨਾਂ ਨੇ ਹੈਡਿੰਗ ਦਿੱਤਾ ਵਾ ਨਵੇਂ ਰਾਜਵੰਸ਼ਾਂ ਦਾ ਉਦੇ। ਠੀਕ ਆ, ਮਤਲਬ ਫਰਕ ਇਹੀ ਆ, ਇਹਨਾਂ ਨੇ ਵੀ ਉਹੀ ਚੀਜ਼ ਦੱਸੀ ਆ ਪਰ ਇਹਨਾਂ ਨੇ ਥੋੜੀ ਸ਼ਾਰਟਕਟ 'ਚ ਦੱਸੀ ਆ। ਪਰ ਇਹਨਾਂ ਨੇ ਹੈਡਿੰਗ ਦਿੱਤਾ ਵਾ ਨਵੇਂ ਰਾਜਵੰਸ਼ਾਂ ਦਾ ਉਦੇ। ਨਵੇਂ ਰਾਜਵੰਸ਼ਾਂ ਦਾ ਉਦੇ। ਆਪਾਂ ਰੀਡ ਕਰਦੇ ਆ क्योंकि ਆਪਾਂ ਇਹਦੇ ਵਿੱਚੋਂ ਕੱਢਣੇ ਆ इंपॉर्टेंट पॉइंट। 7वीं सदी आते आते उपमहाद्वीप के विभिन्न भागों में बड़े भूस्वामी और योद्धा सरदार अस्तित्व में आ चुके थे। राजा लोग प्राय उन्हें अपनी मातहत या सामंत के रूप में मान्यता देते थे। उनसे उम्मीद की जाती थी कि वह राजा या स्वामी के लिए उपहार लाए, उनके दरबार में हाजिरी लगाएं और उन्हें सैन्य सहायता प्रदान करें। अधिक सत्ता और संपदा हासिल करने पर सामंत अपने आप को
महासामंत, महामंडलेश्वर पूरे मंडल का स्वामी इत्यादि घोषित कर देते थे। कभी कभी वह अपने स्वामी के अधिपत्य के सामंत वो जाने का दावा भी करते थे। इस तरह का एक उदाहरण मैं तुहानू समझाउणी है, ठीक है। ਇਹਦੇ ਵਿੱਚ ਇਹਨਾਂ ਨੇ ਕਹਿਣ ਦੀ ਕੋਸ਼ਿਸ਼ पता की ਕੀਤੀ, मैं तुहानू देसी एग्जाम्पल दवां एक, ठीक है। फॉर एग्जाम्पल कि मैं उस समय की या मैं किसी राजे का कोई जिवें राजे सी, राजियां ने कुछ ऐदां दे आदमी ਜਾਂ ਬੰਦੇ ऐदां दे सैनिक रखे हुंदे ही, मतलब ਉਹਨਾਂ ਦੇ ਰਾਜ ਦੀ ਸਾਰੀ ਕਾਰਵਾਈ ਉਸ ਬੰਦੇ ਦੇ ਹੱਥ ਵਿੱਚ ਹੁੰਦੀ ਸੀ, ਜਿੱਦਾਂ ਕੋਈ ਵਜ਼ੀਰ ਕਹਿ ਲਓ, ਹਨਾ ਵੀ ਸਾਰੀ ਕਾਰਵਾਈ ਉਸ ਰਾਜੇ ਨੇ ਜਿਹੜਾ ਬੰਦਾ ਰੱਖਿਆ ਉਹਦੇ ਹੱਥ ਵਿੱਚ ਹੁੰਦੀ ਸੀ। ਉਸ ਇਲਾਕੇ ਦਾ ਕੋਈ ਮੋਹਤਵਾਰ ਬੰਦਾ ਕਹਿ ਲਓ ਜਾਂ ਕੁਝ ਵੀ ਆ, ਹਨਾ ਉਹਦੀ ਕਾਰਵਾਈ ਉਹਨੇ ਜਿੰਨੇ ਵੀ ਪਰਜਾ ਤੋਂ ਜੋ ਕਰ ਇਕੱਠਾ ਕਰਨਾ ਉਹ ਉਹਨੇ ਕਰਨਾ, ਜੇ ਕੋਈ ਉਹਨੇ ਸੈਨਾ ਰੱਖਣੀ ਉਸ ਬੰਦੇ ਨੇ ਰੱਖਣੀ। ਯਾਨੀ ਕਿ ਜਿਹੜਾ ਰਾਜਾ ਸੀ ਉਹ ਇੱਕ ਨਾਮ ਦਾ ਹੀ ਰਾਜਾ ਸੀ, ਉਹਦੇ ਜਿੰਨੇ ਵੀ ਸਾਰੇ ਕੰਮ ਸੀ ਉਹ ਇੱਕ ਬੰਦਾ ਕਰਦਾ ਹੁੰਦਾ ਸੀ। ਪਰ ਕਹਿੰਦੇ ਵੀ ਹੌਲੀ ਹੌਲੀ ਕੀ ਹੋਇਆ ਵੀ ਜਿਹੜੇ ਇਹਨਾਂ ਨੂੰ ਕੀ ਕਹਿੰਦੇ ਸੀ, ਸਾਮੰਤ ਕਹਿੰਦੇ ਸੀ। ਕੀ ਕਹਿੰਦੇ ਸੀ ਇਹਨਾਂ ਨੂੰ ਸਾਮੰਤ ਕਹਿੰਦੇ ਸੀ, ਠੀਕ ਹੈ। ਜਿਹੜੇ ਰਾਜਿਆਂ ਦਾ ਇਹ ਸਾਰਾ ਕੰਮ ਸੰਭਾਲਦੇ ਸੀ, ਸਾਰਾ ਪ੍ਰਸ਼ਾਸਨਿਕ ਪ੍ਰਬੰਧ ਜੋ ਵੀ ਸਾਰਾ ਇਹਨਾਂ ਦੇ ਅੰਡਰ ਹੁੰਦਾ ਸੀ, ਠੀਕ ਹੈ, ਇਹਨਾਂ ਨੂੰ ਸਾਮੰਤ ਕਹਿੰਦੇ ਸੀ। ਕਹਿੰਦੇ ਹੌਲੀ ਹੌਲੀ ਇਹ ਇੰਨੇ ਕੁ ਜ਼ਿਆਦਾ ਕਹਿ ਲਓ ਵੀ ਜਿੱਦਾਂ ਹਉਮੈ ਆ ਜਾਂਦੀ ਆ, ਕਹਿੰਦੇ ਇਹ ਹੌਲੀ ਹੌਲੀ ਇਹਨਾਂ ਦਾ ਇੱਕ ਨਜ਼ਰੀਆ ਏਦਾਂ ਦਾ ਹੋ ਗਿਆ, ਇਹ ਰਾਜੇ ਦੀ ਅਧੀਨਤਾ ਸਵੀਕਾਰ ਕਰਨ ਤੋਂ ਮਨਾ ਕਰ ਦਿੰਦੇ ਸੀ ਤੇ ਖੁਦ ਸੱਤਾ ਦੇ ਵਿੱਚ ਆ ਜਾਂਦੇ ਸੀ। ਫੋਰ ਐਗਜ਼ਾਮਪਲ ਮੈਂ ਕਿਸੇ ਰਾਜੇ ਦੇ ਅੰਡਰ ਮੰਨ ਲਓ ਕੰਮ ਕਰਨੀ, ਉਹਦਾ ਪ੍ਰਸ਼ਾਸਨਿਕ ਪ੍ਰਬੰਧ ਉਹਦਾ ਸਾਰਾ ਕੁਝ ਮੈਂ ਸੰਭਾਲ ਰਹੀ ਹਾਂ, ਤੇ ਇੱਕ ਸਮੇਂ ਤੇ ਆ ਕੇ ਮੈਂ ਕਹਿਦਾ ਵੀ ਸਾਰਾ ਕੁਝ ਤਾਂ ਮੈਂ ਕਰ ਰਹੀ ਹਾਂ, ਹਨਾ ਵੀ ਆਹ ਵੀ ਕੰਮ ਮੈਂ ਕਰਦੀ, ਆਹ ਵੀ ਕੰਮ ਮੈਂ ਕਰਦੀ, ਤੇ ਮੈਂ ਰਾਜੇ ਦੀ ਅਧੀਨਤਾ ਜਿਹੜੀ ਆ ਉਹ ਸਵੀਕਾਰ ਕਰਨ ਤੋਂ ਮਨਾ ਕਰਦਾ ਤੇ ਮੈਂ ਖੁਦ ਸੱਤਾ ਦੇ ਵਿੱਚ ਆ ਜਾ। ਉਹ ਚੀਜ਼ ਇਹਨਾਂ ਨੇ ਇਸ ਪੈਰੇ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਆ। ਫਿਰ ਕਹਿੰਦੇ ਇਹਦੀ ਉਦਾਹਰਨ ਉਹਨਾਂ ਨੇ ਕੀ ਦਿੱਤੀ ਆ, ਕਹਿੰਦੇ दक्कन में इस तरह का उदाहरण दक्कन में राष्ट्रकूटों का था। शुरुआत में वे कर्नाटक में चालुक्य राजों के अधीन थे, ठीक है। इन्होंने ये कहने की कोशिश की आ भी ਜਿਹੜੇ ਦੱਖਣ ਦੇ ਰਾਸ਼ਟਰਕੂਟ ਹੀ, ਠੀਕ ਹੈ, ਆਹ ਪੁਆਇੰਟ ਤੁਸੀਂ ਨੋਟ ਕਰਨਾ ਵਾ, ਜਿਹੜੇ ਦੱਖਣ ਦੇ ਰਾਸ਼ਟਰਕੂਟ ਸੀ, ਠੀਕ ਹੈ। ਹੁਣ ਇੱਥੇ ਤੇ ਜਿਹੜੇ ਆਪਣੇ ਪੰਜਾਬ ਬੋਰਡ ਵਾਲੇ ਆ, ਇੱਥੇ ਸਿਰਫ ਆਪਾਂ ਨੂੰ ਇੰਨੀ ਕੀ ਜਾਣਕਾਰੀ ਮਿਲਦੀ ਆ ਵੀ ਦੱਖਣ ਭਾਰਤ ਦੇ ਵਿੱਚ ਕਿਹੜੇ ਰਾਜੇ ਸੀਗੇ, ਰਾਸ਼ਟਰਕੂਟ ਰਾਜੇ। ਪਰ ਇਹ ਜਿਹੜੇ ਰਾਸ਼ਟਰਕੂਟ ਰਾਜੇ ਹੀ ਇਹ ਹੋਂਦ ਦੇ ਵਿੱਚ ਕਿੱਦਾਂ ਆਏ, ਇਹ ਸਾਨੂੰ NCERT ਤੋਂ ਪਤਾ ਲੱਗਦਾ। ਦੱਖਣ ਦੇ ਜਿਹੜੇ ਰਾਸ਼ਟਰਕੂਟ ਰਾਜੇ ਹੀ ਇਹ ਕਿਸ ਦੇ ਅਧੀਨ ਸੀ, ਇਹ ਕਿੰਨਾ ਦੇ ਅਧੀਨ ਸੀ, ਜਿਹੜੇ ਕਰਨਾਟਕ ਦੇ, ਠੀਕ ਹੈ, ਜਿਹੜੇ ਕਰਨਾਟਕ ਦੇ ਚਾਲੁਕੀਏ ਰਾਜੇ ਸੀ, ਠੀਕ ਹੈ। ਚਾਲੁਕੂਆ ਵੰਸ਼ ਤੁਸੀਂ ਸੁਣਿਆ ਹੋਣਾ ਨਾ, ਚਾਲੁਕੂਏ, ਠੀਕ ਹੈ। ਜਿਹੜੇ ਚਾਲੁਕੀਏ ਰਾਜੇ ਸੀ ਨਾ ਕਰਨਾਟਕ ਦੇ, ਇਹ ਦੱਖਣ ਦੇ ਰਾਸ਼ਟਰਕੂਟ ਕਰਨਾਟਕ ਦੇ ਚਾਲੁਕੀਏ ਰਾਜਿਆਂ ਦੇ ਅਧੀਨ ਸਨ, ਰਾਜਿਆਂ ਦੇ ਅਧੀਨ ਸਨ। ਸਮਝ ਆ ਗਈ? ਪਹਿਲਾਂ ਇਸ ਪੁਆਇੰਟ ਨੂੰ ਸਮਝੋ, ਠੀਕ ਆ। ਜਿਹੜੇ ਦੱਖਣ ਦੇ ਰਾਸ਼ਟਰਕੂਟ ਰਾਜੇ ਸੀ ਉਹ ਕਰਨਾਟਕ ਦੇ ਜਿਹੜਾ ਚਾਲੁਕੀਆ ਵੰਸ਼ ਸੀ ਜਾਂ ਚਾਲੁਕੀਏ ਰਾਜੇ ਸੀ ਉਹਨਾਂ ਦੇ ਅਧੀਨ ਸੀ। ਤੇ ਫਿਰ ਕੀ ਹੋਇਆ, ਕਹਿੰਦੇ ਜਿਹੜਾ ਰਾਸ਼ਟਰਕੂਟ ਰਾਜਾ ਸੀ, ਜਿਹੜਾ ਇੱਕ ਰਾਸ਼ਟਰਕੂਟਾਂ ਦਾ ਰਾਜਾ ਸੀ, ਉਹਦਾ ਨਾਮ ਸੀ ਦੰਤੀ ਦੁਰਗ ਨੇ ਇਹਨਾਂ ਦੀ ਅਧੀਨਤਾ ਸਵੀਕਾਰ ਕਰਨ ਤੋਂ ਮਨਾ ਕਰਤਾ ਸੀ ਤੇ ਖੁਦ ਸੱਤਾ ਦੇ ਵਿੱਚ ਆ ਗਿਆ ਹੈ। ਅਧੀਨਤਾ ਸਵੀਕਾਰ ਕਰਨ ਤੋਂ ਇਹਨੇ ਕੀ ਕਰਤਾ ਹੀ, ਮਨਾ ਕਰਤਾ ਸੀ। ਅਧੀਨਤਾ ਸਵੀਕਾਰ ਕਰਨ ਤੋਂ ਮਨਾ ਕਰ ਦਿੱਤਾ, ਠੀਕ ਆ। ਅਧੀਨਤਾ ਸਵੀਕਾਰ ਕਰਨ ਤੋਂ ਇਹਨੇ ਮਨਾ ਕਰ ਦਿੱਤਾ ਤੇ ਸੱਤਾ ਦੇ ਵਿੱਚ ਆ ਗਿਆ। ਸੱਤਾ ਦੇ ਵਿੱਚ ਆ ਗਿਆ, ਤੁਸੀਂ ਸਮਝਦੇ ਹੀ ਹੋ ਨਾ, ਸੱਤਾ ਵਿੱਚ ਆ ਗਿਆ। ਕਲੀਅਰ ਹੋ ਗਿਆ ਨੇ ਇਹ ਪੁਆਇੰਟ? ਆ ਫਰਕ ਆ। ਦੇਖੋ ਇੱਥੇ ਤੇ ਇਹਨਾਂ ਨੇ ਸਿਰਫ ਇਹੀ ਦੱਸਤਾ ਵੀ ਆਹ ਰਾਜੇ ਸੀ ਆ ਦੱਖਣ ਭਾਰਤ ਦੇ ਹੀ, ਪਰ ਇੱਥੇ NCERT ਵਾਲਿਆਂ ਨੇ ਸਾਨੂੰ ਪੂਰੀ ਕਲੈਰੀਫਿਕੇਸ਼ਨ ਕੀਤੀ ਵੀ ਇਹ ਜਿਹੜੇ ਰਾਜੇ ਆ ਇਹ ਕਿੱਦਾਂ ਸੱਤਾ ਦੇ ਵਿੱਚ आए। इन्होंने बहुत सोहनी एग्जाम्पल दी है, ठीक है। कहते 8वीं सदी के मध्य में एक राष्ट्रकूट प्रधान दंती दुर्ग ने अपने चालुक्य स्वामी की अधीनता से इनकार कर दिया, उसे हराया और हिरण गर्भ, शाब्दिक अर्थ सोने का गर्भ, यानी कि उन्हें एक अनुष्ठान किया भी कुछ ऐदां दी कोई एक रस्म सी हिरण गर्भ, ठीक है। हिरण गर्भ एक इस तरह उन्होंने लिखा वा हिरण गर्भ, ਇਹਦਾ अर्थ की आ सोने दा गर्भ, सोने दा गर्भ। एक पता की रस्म ही मैं तुहानू समझाउणी है, मतलब कि जदों उन्होंने
ਇੱਕ ਵੰਸ਼ ਨੂੰ ਜਦੋਂ ਅਸੀਂ ਉਸ ਸਮੇਂ ਕੀ ਹੁੰਦਾ ਸੀ, ਉਹਨਾਂ ਨੇ ਕਿਸੇ ਵੰਸ਼ ਨੂੰ ਛੱਡ ਕੇ ਜਾਂ ਕਿਸੇ ਕੋਈ ਏਦਾਂ ਦੀ ਪਾਰਟਿਕੂਲਰ ਕੋਈ ਵੰਸ਼ ਹੋ ਗਿਆ, ਕੋਈ ਗੋਤ ਹੋ ਗਈ, ਕੁਛ ਵੀ ਏਦਾਂ ਦਾ ਹੋ ਗਿਆ ਵੀ ਕਿਸੇ ਦੀ ਅਧੀਨਤਾ ਜਦੋਂ ਉਹਨੇ ਛੱਡ ਕੇ ਖੁਦ ਸਵਾਮੀ ਬਣਨਾ ਵਾ, ਉਹਦੇ ਲਈ ਕੁਝ ਰਸਮਾਂ ਹੁੰਦੀਆਂ ਸੀ। ਤੇ ਕਹਿੰਦੇ ਇਹ ਜਿਹੜਾ ਦੰਤੀ ਦੁਰਗ ਸੀ ਨਾ, ਇਹਨੇ ਕਰਨਾਟਕ ਦੇ ਚਾਲਕੀ ਰਾਜਿਆਂ ਦੀ ਅਧੀਨਤਾ ਸਵੀਕਾਰ ਕਰਨ ਤੋਂ ਮਨਾ ਕੀਤਾ। ਫਿਰ ਇਹਨੇ ਹਿਰਨ ਗਰਭ ਨਾਂ ਦਾ ਜਿਹੜਾ ਇੱਕ ਰੀਤੀ ਰਿਵਾਜ ਕੋਈ ਕੁਝ ਵੀ ਸੀ ਉਹਦਾ ਅਨੁਸੰਧਾਨ ਕੀਤਾ, ਯਾਨੀ ਕਿ ਸੋਨੇ ਦਾ ਗਰਭ ਜਿਹੜਾ ਇਹਨੇ ਧਾਰਨ ਕੀਤਾ। ठीक है, यह तुसी याद रखना। जब यह अनुष्ठान ब्राह्मणों की सहायता से संपन्न किया, इनू कौन करते सी? ब्राह्मण करते सी। यह भी तुसी याद रखियो भी यह जिहड़ी रस्म सी कौन करते सी? ब्राह्मण अदा करते हुंदे सी। ब्राह्मणों की सहायता से संपन्न किया जाता था, तो यह माना जाता था कि इसमें याजक जन्मना क्षत्रिय होते हुए भी क्षत्रिय के रूप में दोबारा शक्तित्व प्राप्त कर लवेगा। यानी कि समझ आ गई ना इस चीज की। हुण कह लो भी पहला जिहड़ा ये दंती दुर्ग सी, ये ते की सी? एक गुलाम सी। गुलाम ही कह सकते, किसी दे अधीन किसी दे अधीन काम करना। ठीक है, किसी दी अधीनता च रह के आपां काम करने हैं। ठीक है, यानी कि उस समय वो की सी? शक्तिहीन सी। शक्तिहीन क्यों सी? क्योंकि वो चालकीय जिहड़े राजे सी उन्हां दे अधीन काम करदा सी। पर शक्ति प्राप्त करने लई ओनू आ वाला अनुष्ठान करना पैंदा सी। किन्ना दी सहायता दे नाल? ब्राह्मणां दी सहायता दे नाल। कहंदे ब्राह्मणां दी सहायता दे नाल ओहने जदों सोने दा गर्भ धारण कीता ते इहदे नाल की होना सी भी ओ शक्ति दे रूप विच हो शक्ति तित्व, ठीक है, ओहदे विच यानी कि शक्तिहीन नहीं रहा, वो सत्ता दे विच आ गया, वो शक्ति दे विच आ गया। समझ लगी ना इस पॉइंट दी? कुछ अन्य उदाहरणों में उद्यमी परिवारों के पुरुषों ने अपनी राजशाही कायम करने के लिए सैन्य कौशल का इस्तेमाल किया। मिसाल के तौर पर कदंब, मयूर, श्रमण और गुर्जर प्रतिहार हरिचंद्र ब्राह्मण थे। 3 ब्राह्मणों के उन्होंने नाम दिते। कहंदे इहदे तो प्रेरणा लैके कुछ होर शाही परिवार जिहड़े ही उन्होंने भी इसे किया भी जे उन्हें शक्ति प्राप्त कर ली, उन्हें सत्ता प्राप्त कर लिया, असीं भी इदां कर लैंदे आ। कहंदे 3 ब्राह्मणों के नाम लए इन्हां ने, कदंब, मयूर, श्रमण ते गुर्जर प्रतिहार। ठीक है, ये वंश दे ते हरिचंद्र। ठीक है, इन्हां दे तुसीं नाम याद रखने, जिन्होंने अपने परंपरागत पेशे को छोड़कर शस्त्र को अपना लिया। ਇਹਦਾ मतलब एक तुसीं होर भी इथों आपां की समझ सकते हैं? हिरण गर्भ, सोने का गर्भ, यानी कि जिहड़ा उन्हां दा परंपरागत पेशा वा, जिहड़ा उन्हां दा परंपरागत पेशा वा, ठीक है, परंपरागत पेशा वा, ओनू छड्ड के कोई होर पेशा जिहड़ा धारण करना, ओहदे वास्ते ये वाली रस्म जिहड़ी अदा करनी पैंदी सी, सोने का गर्भ। ठीक है, फॉर एग्जाम्पल जिवें मान लो, जिवें आपां की एग्जाम्पल दे सकदे हां, जिद्दां मान लो ललारी आ, हना, ललारी जिहड़े हुंदे आ चुन्नियां दुपट्टे कपड़े रंगण वाले, हना, उन्हें आपदा वो काम, मैं जस्ट एग्जाम्पल दे रही हूँ, उन्हें आपदा वो काम छड्ड के मान लो उन्हें तरखान का काम शुरू करना, कोई लकड़ी का काम शुरू करना, जे उस समय की गल करिए, है ना, तो उन्होंने आह वाली रस्म अदा करनी पऊगी। तो इत्थों ही आपां की समझ सकते हैं भी दंती दुर्ग की सी? पहला वो किसी के अधीन सी, किसी के गुलाम सी, है ना, उन्हें ये पेशा आपदा छड्डना सी क्योंकि वो सत्ता दे विच आउणा चाहुंदा सी, ते उन्हें आह वाली जिहड़ी रस्म आ इनू निभाया ते निभाउणा ही पैना सी। ठीक है, ये चीज़ आ। ते इत्थों आपां देखदे हां कि पंजाब बोर्ड वालियां ने इहदे बारे आपां नूं कोई दित्ता नहीं, इन्हां ने कुछ नहीं दिता, बस इन्हां ने गुर्जर प्रतिहार वंश की जानकारी दित्ती, फिर इन्हां ने पाल वंश बारे दस्सिया वा, फिर इन्हां ने राष्ट्रकूट बारे दस्सिया वा। ठीक है, फिर इन्हां ने दित्ते कि समाज किहड़ियां श्रेणियां दे विच वंडिया ही, धर्म किद्दां प्रफुल्लित होया, आर्थिक दशा किद्दां सीगी, चौहान वंश बारे दस्सिया, गजनी ते गौरी बारे दस्सिया वा। ठीक है, एक बारी आपां कर लैने आ रीड भी इन्हां ने ये जिहड़े वंश ने पंजाब बोर्ड वाले उन्हां दे बारे इन्हां ने की जानकारी दित्ती है। वेखो, ठीक है, ये जिहड़ी जानकारी इन्हां ने एक बारी मैं तुहानूं पढ़ के सुणाउणी आ। इन्हां ने पहलां दित्ता वा गुर्जर प्रतिहार बारे। ये कहंदे गुर्जर प्रतिहार शासक राजस्थान ते गुजरात दे हिस्सिਆਂ ਵਿੱਚ ਰਾਜ ਕਰਦੇ ਸਨ। ਨਾਗਾ ਭੱਟ ਪਹਿਲੇ ਨੇ 725 ਈਸਵੀ ਵਿੱਚ ਅਵੰਤੀ ਅਤੇ ਦੱਖਣੀ ਰਾਜਸਥਾਨ ਦੇ ਭਾਗਾਂ ਵਿੱਚ ਪ੍ਰਤੀਹਾਰ ਵੰਸ਼ ਦੀ ਸਥਾਪਨਾ ਕੀਤੀ। ਮੇਹਰ ਭੋਜ ਇਸ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀ। ਉਸ ਦੇ ਰਾਜਕਾਲ ਵਿੱਚ ਇਹ ਵੰਸ਼ ਆਪਣੀ ਚਰਮ ਸੀਮਾ ਤੇ ਸੀ, ਇੱਥੋਂ ਤੱਕ ਕਿ ਉਸ ਨੇ ਕਨੌਜ ਨੂੰ ਵੀ ਜਿੱਤ ਲਿਆ। ਉਸ ਦਾ ਇਹ ਪੁੱਤਰ ਮਹਿੰਦਰਪਾਲ ਉਸ ਦਾ ਉੱਤਰਾਧਿਕਾਰੀ ਬਣਿਆ, ਜਿਸ ਨੇ 885 ਤੋਂ 910 ਤੱਕ ਰਾਜ ਕੀਤਾ। प्रतिहार शासक राजपाल ने
1018 ਤੋਂ 19 ਈਸਵੀ ਤੱਕ ਮਹਿਮੂਦ ਗਜ਼ਨਵੀ ਦੀ ਅਧੀਨਤਾ ਸਵੀਕਾਰ ਕੀਤੀ। ਇਸ ਲਈ ਰਾਜਪੂਤਾਂ ਹੱਥੋਂ ਮਾਰਿਆ ਗਿਆ। ਇਸ ਤਰ੍ਹਾਂ ਨਾਲ ਗੁਰਜਰ ਪ੍ਰਤਿਹਾਰ ਵੰਸ਼ ਦਾ ਅੰਤ ਹੋ ਗਿਆ। ਠੀਕ ਆ, ਵੇਖੋ ਸਭ ਤੋਂ ਪਹਿਲਾਂ ਆਪਾਂ ਲਿਖਣੀ ਹੈ ਇਹਦੀ ਸਥਾਪਨਾ, ਯਾਨੀ ਕਿ ਜਿਹੜਾ ਗੁਰਜਰ ਪ੍ਰਤਿਹਾਰ ਹੀ ਇਹਦੀ ਸਥਾਪਨਾ ਜਿਹੜੀ ਆ 725 ਈਸਵੀ ਪੂਰਵ ਦੇ ਵਿੱਚ ਹੋਈ ਸੀ। ਠੀਕ ਆ, 780 ਪੂਰਵ ਦੇ ਵਿੱਚ ਇਹਦੀ ਜਿਹੜੀ ਆ ਸਥਾਪਨਾ ਹੁੰਦੀ ਆ। ਠੀਕ ਆ, ਤੇ ਇਹਦਾ ਜਿਹੜਾ ਸ਼ਾਸਕ ਸੀਗਾ, ਕਿਹੜਾ ਸ਼ਾਸਕ ਜਿਹੜਾ ਵਾ ਗੁਰਜਰ ਪ੍ਰਤਿਹਾਰ ਦੀ ਸਥਾਪਨਾ ਕਰਦਾ ਵਾ, ਨਾਗਭੱਟ ਕਰਦਾ ਵਾ ਰਾਜਸਥਾਨ ਤੇ ਗੁਜਰਾਤ ਦੇ ਵਿੱਚ। ਠੀਕ ਆ, ਫਿਰ ਗੱਲ ਆਉਂਦੀ ਵੀ ਇਹਦਾ ਸ਼ਕਤੀਸ਼ਾਲੀ ਰਾਜਾ ਇਹਨਾਂ ਦਾ ਕਿਹੜਾ ਸੀਗਾ, ਮਿਹਰ ਭੋਜ ਸ਼ਕਤੀਸ਼ਾਲੀ ਰਾਜਾ ਸੀਗਾ। ਠੀਕ ਆ, ਮਿਹਰ ਭੋਜ ਜਿਹੜਾ ਵਾ ਸ਼ਕਤੀਸ਼ਾਲੀ ਜਿਹੜਾ ਸੀਗਾ ਰਾਜਾ ਸੀਗਾ, ਕਿਉਂਕਿ ਇਹਨੇ ਕਨੌਜ ਨੂੰ ਜਿੱਤਿਆ ਸੀ। ਇਹਦੇ ਤੋਂ ਪਹਿਲਾਂ ਇਹਨਾਂ ਦੇ ਜਿੰਨੇ ਵੀ ਰਾਜੇ ਆਏ ਕਿਸੇ ਨੇ ਵੀ ਕਨੌਜ ਨੂੰ ਨਹੀਂ ਜਿੱਤਿਆ, ਪਰ ਮਿਹਰ ਭੋਜ ਨੇ ਜਿਹੜਾ ਵਾ ਕਨੌਜ ਨੂੰ ਜਿੱਤਿਆ ਸੀ। ਠੀਕ ਆ, ਇਸ ਤੋਂ ਬਾਅਦ ਜਿਹੜਾ ਮਿਹਰ ਭੋਜ ਦਾ ਅੱਗੋਂ ਪੁੱਤਰ ਆ ਮਹਿੰਦਰਪਾਲ, ਠੀਕ ਆ, ਉਹ ਰਾਜ ਗੱਦੀ ਤੇ ਬੈਂਦਾ ਵਾ। ਫਿਰ ਇਹਨਾਂ ਤੋਂ ਬਾਅਦ ਫਿਰ ਮਹਿੰਦਰਪਾਲ ਤੋਂ ਬਾਅਦ ਇਹਦਾ ਪੁੱਤਰ ਰਾਜਪਾਲ ਜਿਹੜਾ ਵਾ ਗੱਦੀ ਤੇ ਬੈਂਦਾ ਵਾ। ਠੀਕ ਆ, ਕਿਸੇ ਵੇਲੇ ਸਾਨੂੰ ਇਹਨਾਂ ਦੇ ਸੀਕੁਐਂਸ ਹੀ ਪੁੱਛ ਲਿਆ ਜਾਂਦਾ। ਫਿਰ ਆਪਾਂ ਗੱਲ ਕਰਦੇ ਵੀ ਇਹਨਾਂ ਦਾ ਅੰਤ ਕਿੱਦਾਂ ਹੋਇਆ। ਇਹਨਾਂ ਦੇ ਜਿਹੜਾ ਸਭ ਤੋਂ ਲਾਸਟ ਉੱਤਰਾਧਿਕਾਰੀ ਆਉਂਦਾ ਵਾ, ਠੀਕ ਆ, ਨਾਗਭੱਟ ਦਾ ਪੁੱਤਰ ਮਿਹਰ ਭੋਜ ਦਾ ਪੁੱਤਰ ਮਹਿੰਦਰਪਾਲ ਦਾ ਪੁੱਤਰ ਰਾਜਪਾਲ। ਇਹ ਜਿਹੜਾ ਰਾਜਪਾਲ ਸੀ ਹਨਾ, ਇਹਨੇ ਗਜਨੀ ਦੀ ਅਧੀਨਤਾ ਸਵੀਕਾਰ ਕਰ ਲਈ ਸੀ। ਗਜਨੀ ਤੇ ਗੌਰੀ ਵਾਲੇ ਟੌਪਿਕ ਜਿਹੜੇ ਆ ਮੈਂ ਬਹੁਤ ਹੀ ਡਿਟੇਲ ਦੇ ਨਾਲ ਕਰਵਾਏ ਆ, ਮੈਂ ਪਿੰਨ ਕਰ ਦਿੰਨੀ ਆ। ਠੀਕ ਹੈ, ਉਹ ਵੀ ਠੀਕ ਆ। ਤੇ ਇਹ ਜਿਹੜਾ ਰਾਜਪਾਲ ਸੀ ਇਹਨੇ ਗਜਨੀ ਦੀ ਅਧੀਨਤਾ ਸਵੀਕਾਰ ਕਰ ਲਈ ਤੇ ਹੌਲੀ ਹੌਲੀ ਜਿਹੜਾ ਸੀਗਾ ਗੁਰਜਰ ਪ੍ਰਤਿਹਾਰ ਦਾ ਅੰਤ ਹੋ ਗਿਆ। ਠੀਕ ਆ, ਇਸ ਤੋਂ ਬਾਅਦ ਇਹਨਾਂ ਨੇ ਕਿਹਾ ਵਾ ਪਾਲਵੰਸ਼ ਸ਼ਾਸਕਾਂ ਨੇ ਬੰਗਾਲ, ਬਿਹਾਰ ਅਤੇ ਝਾਰਖੰਡ ਦੇ ਖੇਤਰ ਤੇ ਰਾਜ ਕੀਤਾ। 750 ਈਸਵੀ ਗੋਪਾਲ ਨੇ ਬੰਗਾਲ ਅਤੇ ਬਿਹਾਰ ਵਿੱਚ ਪਾਲਵੰਸ਼ ਦੀ ਸਥਾਪਨਾ ਕੀਤੀ। ਉਸ ਦਾ ਪੁੱਤਰ ਧਰਮਪਾਲ ਇਸ ਵੰਸ਼ ਦਾ ਸ਼ਕਤੀਸ਼ਾਲੀ ਰਾਜਾ ਸੀ। ਉਸ ਨੇ 770 ਤੋਂ 810 ਈਸਵੀ ਤੱਕ ਰਾਜ ਕੀਤਾ। ਉਸ ਨੇ ਬਹੁਤ ਸਾਰੇ ਇਲਾਕੇ ਜਿੱਤੇ ਅਤੇ ਆਪਣੇ ਰਾਜ ਨੂੰ ਸਾਮਰਾਜ ਵਿੱਚ ਤਬਦੀਲ ਕੀਤਾ। ਉਹ ਇੱਕ ਬੋਧੀ ਸੀ। ਉਸ ਨੇ ਵਿਕਰਮਸ਼ਿਲਾ ਵਿਹਾਰ ਦੀ ਸਥਾਪਨਾ ਕੀਤੀ, ਜੋ ਕਿ ਬਾਅਦ ਵਿੱਚ ਇੱਕ ਮਹਾਨ ਯੂਨੀਵਰਸਿਟੀ ਬਣਿਆ। ਉਸ ਦਾ ਉੱਤਰਾਧਿਕਾਰੀ ਦੇਵਪਾਲ ਵੀ ਇੱਕ ਪ੍ਰਸਿੱਧ ਸ਼ਾਸਕ ਹੋਇਆ। ਪਾਲ ਸ਼ਾਸਕਾਂ ਦੇ ਸ਼ਾਸਨ ਸਮੇਂ ਭਾਵ ਅਨੁਸਾਰੀ ਚਿੱਤਰਕਾਰੀ, ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਬਹੁਤ ਉੱਨਤੀ ਹੋਈ। ਪਾਲ ਵੰਸ਼ ਦੇ ਸ਼ਾਸਕ ਬੁੱਧ ਧਰਮ ਦੇ ਅਨੁਆਈ ਸਨ। ਦੇਵਪਾਲ ਸ਼ਾਸਕ ਨੇ ਬੋਧ ਗਇਆ ਵਿਖੇ ਇੱਕ ਪ੍ਰਸਿੱਧ ਮਹਾਬੋਧੀ ਮੰਦਿਰ ਬਣਵਾਇਆ। ਉਸ ਦੇ ਅਧੀਨ ਪਾਲ ਵੰਸ਼ ਨੇ ਦੱਖਣੀ ਪੂਰਬੀ ਏਸ਼ੀਆ ਨਾਲ ਵਪਾਰਕ ਸੰਬੰਧ ਸਥਾਪਿਤ ਕੀਤੇ। 12ਵੀਂ ਸਦੀ ਅਖੀਰ ਤੱਕ ਪਾਲ ਵੰਸ਼ ਜਿਹੜਾ ਸੀ ਖਤਮ ਹੋ ਗਿਆ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਪਾਲ ਵੰਸ਼ ਦੇ ਕੁਝ ਇੰਪੋਰਟੈਂਟ ਟੌਪਿਕ। ਜੇਕਰ ਆਪਾਂ ਗੱਲ ਕਰੀਏ 750 ਵਿੱਚ ਇਹਦੀ ਸਥਾਪਨਾ ਜਿਹੜੀ ਆ ਹੋਈ ਆ, ਤੇ ਸਥਾਪਨਾ ਕਿਹਨੇ ਕੀਤੀ ਆ? ਗੋਪਾਲ ਨੇ। ਠੀਕ ਆ, ਗੋਪਾਲ ਨੇ ਕੀਤੀ ਆ ਬੰਗਾਲ ਅਤੇ ਬਿਹਾਰ ਇਲਾਕਿਆਂ ਦੇ ਵਿੱਚ। ਜੇਕਰ ਤੁਸੀਂ ਨਾਲ ਝਾਰਖੰਡ ਵੀ ਐਡ ਕਰਨਾ ਤਾਂ ਤੁਸੀਂ ਕਰ ਸਕਦੇ ਹੋ। ਵੈਸੇ ਬੰਗਾਲ ਤੇ ਬਿਹਾਰ ਜਿਹੜੇ ਆ ਤੁਸੀਂ ਸੌਖੇ ਤਰੀਕੇ ਦੇ ਨਾਲ ਯਾਦ ਰੱਖ ਸਕਦੇ ਆ। ਉਸ ਤੋਂ ਬਾਅਦ ਗੱਲ ਆਉਂਦੀ ਆ ਵੀ ਇਹ ਜਿਹੜਾ ਪਾਲ ਵੰਸ਼ ਸੀ ਇਹਦਾ ਸ਼ਕਤੀਸ਼ਾਲੀ ਰਾਜਾ ਕੌਣ ਸੀਗਾ? ਧਰਮਪਾਲ ਸੀਗਾ। ਤੇ ਧਰਮਪਾਲ ਨੇ ਹੀ ਧਰਮਪਾਲ ਨੇ ਕੀਤੀ ਸੀਗੀ, ਹਾਂ ਧਰਮਪਾਲ ਹੀ। ਇਹ ਜਿਹੜਾ ਧਰਮਪਾਲ ਸੀ ਇਹਨੇ ਵਿਕਰਮਸ਼ਿਲਾ ਵਿਹਾਰ ਦੀ ਸਥਾਪਨਾ ਕੀਤੀ ਸੀ। ਤੇ ਇਹ ਜਿਹੜਾ ਵਿਕਰਮਸ਼ਿਲਾ ਵਿਹਾਰ ਸੀ ਇਹ ਹੌਲੀ ਹੌਲੀ ਕਿਹਦੇ ਵਿੱਚ ਤਬਦੀਲ ਹੋ ਗਿਆ? ਇੱਕ ਵੱਡੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਸੀ ਤਬਦੀਲ ਹੋ ਗਿਆ। ਠੀਕ ਆ, ਇਸ ਤੋਂ ਬਾਅਦ ਗੱਲ ਆਉਂਦੀ ਆ ਵੀ ਇਹਨਾਂ ਦਾ ਅੰਤਮ ਸ਼ਾਸਕ ਕੌਣ ਸੀਗਾ? ਦੇਵਪਾਲ ਜਿਹੜਾ ਵਾ ਇਹਨਾਂ ਦਾ ਅੰਤਮ ਸ਼ਾਸਕ ਸੀਗਾ। ਇਹਨਾਂ ਦੇ ਕਾਲ ਦੇ ਵਿੱਚ ਨਾ ਯਾਦ ਰੱਖਣਾ ਕਿ ਕਿਹੜੇ ਵੰਸ਼ ਦੇ ਸ਼ਾਸਨ ਕਾਲ ਦੇ ਵਿੱਚ ਭਵਨ ਉਸਾਰੀ, ਚਿੱਤਰਕਾਰੀ, ਸਿੱਖਿਆ ਤੇ ਸਾਹਿਤ ਦਾ ਵਿਕਾਸ ਹੋਇਆ, ਤੇ ਉਹ ਸਿਰਫ ਤੇ ਸਿਰਫ ਪਾਲ ਵੰਸ਼ ਸੀਗਾ। ਠੀਕ ਆ, ਇਸ ਤੋਂ ਬਾਅਦ ਜਿਹੜਾ ਦੇਵਪਾਲ ਸੀ, ਜਿਹੜੇ ਇਹ ਪਾਲ ਵੰਸ਼ ਸੀਗਾ ਇਹ ਬੁੱਧ ਧਰਮ ਦਾ ਅਨੁਆਈ ਸੀ। ਠੀਕ ਆ, ਬੁੱਧ ਧਰਮ ਨੂੰ ਮੰਨਦੇ ਸੀਗੇ। ਤੇ ਇਸ ਤੋਂ ਬਾਅਦ ਜਿਹੜਾ ਇਹਨਾਂ ਦਾ ਲਾਸਟ ਸ਼ਾਸਕ ਆਉਂਦਾ ਦੇਵਪਾਲ, ਇਹਨੇ ਮਹਾਬੋਧੀ ਮੰਦਿਰ ਬਣਵਾਇਆ ਸੀ। ਠੀਕ ਆ, ਮਹਾਬੋਧੀ ਮੰਦਿਰ ਇਹਨੇ ਬਣਵਾਇਆ ਸੀਗਾ। ਠੀਕ ਆ, ਤੇ ਇਹਨਾਂ ਦੇ ਦੱਖਣੀ ਪੂਰਬੀ ਏਸ਼ੀਆ ਦੇਸ਼ਾਂ ਦੇ ਨਾਲ ਵਪਾਰਕ ਸੰਬੰਧ ਸੀ, ਇਹ ਵੀ ਤੁਸੀਂ ਯਾਦ ਰੱਖਣਾ ਵਾ। ਤੇ 12ਵੀਂ ਸਦੀ ਦੇ ਵਿੱਚ ਇਹਨਾਂ ਦਾ ਅੰਤ ਹੋ ਗਿਆ ਸੀ। ਠੀਕ ਹੈ, ਇਹ ਪੁਆਇੰਟ ਜਿਹੜੇ ਮੈਂ ਬੋਰਡ ਤੇ ਲਿਖੇ ਆ ਇਹ ਬਹੁਤ ਹੀ ਇੰਪੋਰਟੈਂਟ ਆ। ਇੰਨੀ ਕੁ ਜਾਣਕਾਰੀ ਤੁਸੀਂ ਇਹਨਾਂ ਵੰਸ਼ਾਂ ਦੇ ਬਾਰੇ ਰੱਖ ਸਕਦੇ ਹੋ। ਉਸ ਤੋਂ ਬਾਅਦ ਆਉਂਦਾ ਵਾ ਰਾਸ਼ਟਰਕੂਟ। ਚਲੋ ਮੈਂ ਇੱਥੋਂ ਹੀ ਤੁਹਾਨੂੰ ਕਰਵਾ ਦਿੰਨੀ ਆ। ਰਾਸ਼ਟਰਕੂਟ ਜਿਹੜਾ ਵਾ ਇਹਦੀ ਜਿਹੜੀ ਸਥਾਪਨਾ ਹੁੰਦੀ ਆ 742 ਈਸਵੀ ਦੇ ਵਿੱਚ ਹੁੰਦੀ ਆ। ਕ੍ਰਿਸ਼ਨਾ ਤੇ ਜਿਹੜੀਆਂ ਤੁੰਗਭਦਰਾ ਨਦੀਆਂ ਵਾ ਇਹਨਾਂ ਦੇ ਉੱਤਰੀ ਪੂਰਬੀ ਜਿਹੜੇ ਇਲਾਕੇ ਆ ਉੱਥੇ ਹੁੰਦੀ ਆ। ਤੇ ਰਾਸ਼ਟਰਕੂਟ ਮਹਾਰਾਸ਼ਟਰ, ਠੀਕ ਹੈ, ਇਦਾਂ ਤੁਹਾਨੂੰ ਯਾਦ ਰਹਿਣਾ। ਰਾਸ਼ਟਰਕੂਟ ਰਾਜ ਜਿਹੜਾ ਵੰਸ਼ ਜਿਹੜਾ ਇਹਦੀ ਸਥਾਪਨਾ ਕੀਤੀ ਹੋਈ ਸੀ
महाराष्ट्र दे विच होई सी। ठीक है, राष्ट्र ते राष्ट्रकूट तो तुसीं याद रख लियो। जेकर आपां गल करिए भी राष्ट्रकूट वंश की स्थापना किहने कीती सी, दंती दुर्ग ने कीती सी। ओही दंती दुर्ग जिहड़ा ओही दंती दुर्ग आ जिहदे बारे NCERT दे विच लिखिया वा भी ओह पहला चालुक्य राजे सी जिहड़े कर्नाटक दे उन्हां दे अधीन सी। पर दंती दुर्ग ने की कीता सी, इन्हें हिरण गर्भ जिहड़ा वा धारण कीता सी, यानी कि सोने दा गर्भ जिहदा अर्थ आ इन्हें ओह जिहड़ा वा अनुष्ठान जिहड़ा ओहदा कीता सी ते इन्हें सिद्ध करता कि मैं हुण तुहाडे अधीन नहीं आ ते मैं आपदी अपने आप दे विच मतलब कि कह लो भी फ्रीडम आ मेरे कोल ते मैं जिहड़ा वा सत्ता दे विच आ गया वां। ठीक है, ओही दंती दुर्ग आ। फिर गल आउंदी आ भी शक्तिशाली राजे जिहड़े आ, इन्हां दे सारे ही राजे तकरीबन शक्तिशाली ही कह सकदे आ, मीडियम जे। कृष्ण पहला, ठीक है, गोबिंद दूजा, गोबिंद तीजा, अमोघ वर्ष जिहड़ा वा एक बहुत चंगा कवि सी। सानू पुछया जा सकदा भी राष्ट्रकूट राजियां दे विचों किहड़ा राजा जिहड़ा एक बहुत चंगा कवि सी। अमोघ वर्ष जिहड़ा वा बहुत ही चंगा कवि सी। जेकर गल करिए आपां इहदे अंत दी, ठीक है, जिहड़ा कृष्ण पहला वा उन्हें कैलाश मंदिर की स्थापना की सी। यह भी तुसीं याद रखना, कृष्ण पहले ने जिहड़ा वा कैलाश मंदिर की स्थापना की सी ते यह जैन धर्म के भी अनुयायी सी, बुद्ध धर्म के भी ते इस्लाम धर्म के भी, तिन्नां धर्मां नूं इह जिहड़े सीगे मनदे सी। एक वारी आपां इत्थों भी पढ़ लैंदे आ। कहते राष्ट्रकूट शासकों के दूजे देशों नाल वपारक संबंध सन। मुढ़ले मध्यकालीन युग दौरान हिंदू धर्म बहुत मशहूर सी। राष्ट्रकूट शासकों ने शैव धर्म और वैष्णव धर्म की सरपरस्ती की थी। यह भी पॉइंट तुसीं याद रख लियो। इन्हां ने शैव धर्म हो गया, ठीक है, एक शैव धर्म हो गया ते एक वैष्णव धर्म हो गया। ठीक है, वैष्णव धर्म यानी कि यह धर्म कादे बारे आ भी ਇਹਦੇ ਵਿੱਚ शिवजी ਜਿਹੜਾ शिवजी भगवान आ ਉਹਦੇ अलग-अलग रूप आ। शिवजी के रूप ਵਿੱਚ, विष्णु के रूप ਵਿੱਚ, ठीक है, ਇਹ ਉਹਦੇ अलग-अलग रूप सी। शैव धर्म ते वैष्णव धर्म ਜਿਹੜੇ कि ਇਹਨਾਂ ਦੀ भी ਇਹਨਾਂ ਨੇ सरपरस्ती ਜਿਹੜੀ आ ਕੀਤੀ ਸੀ, यानी कि किते ना किते ਇਹਨਾਂ ने ਇਹਨੂੰ ਮੰਨਿਆ ਸੀ। ठीक है, आ ਜਿਹੜਾ ਵਾ ਇਹਨਾਂ ਨੇ महाबोधि मंदिर दिखाया वा ਜਿਹੜਾ पाल वंश ਦੇ देवपाल ने, ठीक है, ਬਣਾਇਆ ਸੀ। देवपाल ने ਜਿਹੜਾ ਮੰदिर ਬਣਾਇਆ ਸੀ महाबोधि, आ ਉਹਦੀ पिक्चर ਦਿੱਤੀ ਆ। ਉਸ ਤੋਂ ਬਾਅਦ ਜਿਹੜਾ कैलाश मंदिर ਆ ਜਿਹੜਾ कि कृष्ण पहले ने बनाया, आ कैलाश मंदिर, ਇਹਦਾ ਮੰदिर इलोरा ਦੇ ਵਿੱਚ ਆ। ठीक है, इलोरा नाम ਦੀ ਜਗ੍ਹਾ ਵਾ, ਉੱਥੇ ਆ। ठीक है, बस ਇਹਦੇ ਵਿੱਚ ਇਹਨਾਂ ਨੇ ਅੱਗੇ ਸਮਾਜ ਦੱਸਿਆ ਵੀ ਸਮਾਜ ਜਿਹੜਾ ਵਾ 4 ਪ੍ਰਜਾਤੀਆਂ ਦੇ ਵਿੱਚ ਜਿਹੜਾ ਵਾ ਜਾਤਾਂ ਦੇ ਵਿੱਚ ਵੰਡਿਆ ਸੀਗਾ। ਤੇ ਬਸ ਤੁਸੀਂ ਇਹ ਯਾਦ ਰੱਖਣਾ ਵੀ ਜਿਹੜੇ ਕਸ਼ਤਰੀ ਜਾਂ ਤਾਂ ਸਿਪਾਹੀ ਬਣਦੇ ਸੀ ਤੇ ਜਾਂ ਉਹ ਯੁੱਧ ਵਿੱਚ ਭਾਗ ਲੈਂਦੇ ਸੀ। ਤੇ ਜੇਕਰ ਤੁਹਾਨੂੰ ਪੁੱਛਿਆ ਜਾਵੇ ਵੈਸ਼ ਕੀ ਕਰਦੇ ਸੀ, ਤੇ ਵੈਸ਼ ਦਾ ਕੰਮ ਹੁੰਦਾ ਸੀ ਵਪਾਰ ਕਰਨਾ। ਤੇ ਜੇਕਰ ਸੂਦਰਾਂ ਬਾਰੇ ਪੁੱਛਿਆ ਜਾਵੇ ਤੇ ਸੂਦਰਾਂ ਨੂੰ ਜਿਹੜਾ ਸੀ ਬਹੁਤ ਹੀ ਜਿਹੜਾ ਵਾ ਨੀਵਾਂ ਸਮਝਿਆ ਜਾਂਦਾ ਸੀ, ਉਹਨਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ। ਠੀਕ ਹੈ, ਇਹਦੇ ਬਾਰੇ ਵੀ ਮੈਂ ਇੱਕ ਡਿਟੇਲ ਵੀਡੀਓ ਜਿਹੜੀ ਆ ਪਾਈ ਆ। ਉਸ ਤੋਂ ਬਾਅਦ ਧਰਮ ਆ ਜਾਂਦੇ ਆ ਕਿ ਜੈਨ ਧਰਮ ਹੋ ਗਿਆ, ਬੁੱਧ ਧਰਮ ਹੋ ਗਿਆ, ਹਿੰਦੂ ਧਰਮ ਹੋ ਗਿਆ। ਮੱਧਕਾਲੀਨ ਸਮੇਂ ਦੇ ਵਿੱਚ ਇਹ ਤਿੰਨੋਂ ਧਰਮ ਕਾਫੀ ਜਿਹੜੇ ਆ ਪ੍ਰਫੁੱਲਿਤ ਹੋਏ ਤੇ ਜਿਹੜੇ ਰਾਸ਼ਟਰਕੂਟ ਉਹਨਾਂ ਨੇ ਸ਼ੈਵ ਤੇ ਵੈਸ਼ਨਵ ਧਰਮ ਨੂੰ ਕਾਫੀ ਪ੍ਰਸਿੱਧ ਕੀਤਾ ਸੀਗਾ। ਵਿਸ਼ਨੂੰ ਦੀ ਪੂਜਾ ਕੀਤੀ ਜਾਂਦੀ ਸੀ, ਸ਼ਿਵਜੀ ਦੀ ਮਤਲਬ ਸ਼ਿਵਜੀ ਭਗਵਾਨ ਦੀ ਹੀ ਅਲੱਗ-ਅਲੱਗ ਰੂਪਾਂ ਦੇ ਵਿੱਚ ਜਿਹੜੀ ਆ ਪੂਜਾ ਕੀਤੀ ਜਾਂਦੀ ਸੀ। ਸਭ ਤੋਂ ਇੰਪੋਰਟੈਂਟ ਚੀਜ਼ ਸਾਡੇ ਲਈ ਆ ਕਿ ਸਾਡੇ ਸ਼੍ਰੀ ਗੁਰੂ ਨਾਨਕ ਦੇਵ ਜੀ, ਉਹਨਾਂ ਦਾ ਅਵਤਾਰ ਮੱਧਕਾਲੀਨ ਇਤਿਹਾਸ ਦੇ ਵਿੱਚ ਹੀ ਹੁੰਦਾ ਵਾ। ਠੀਕ ਹੈ, ਉਹਨਾਂ ਨੇ ਕਿਹਾ ਕਿ ਉਧਰ ਉੱਤਰੀ ਭਾਰਤ ਦੇ ਵਿੱਚ ਭਗਤੀ ਲਹਿਰ ਜਿਹੜੀ ਚੱਲੀ, ਭਗਤੀ ਲਹਿਰ ਕਿੰਨੇ ਚਲਾਈ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਉਹਨਾਂ ਨੇ ਆ ਜਿੰਨੀਆਂ ਵੀ ਸੀਗੀਆਂ ਜਾਤਾਂ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ, ਇਹਨਾਂ ਦਾ ਖੰਡਨ ਕੀਤਾ। ਉਹਨਾਂ ਨੇ ਕਿਹਾ ਕਿ ਸਾਰੇ ਇੱਕ ਪਰਮਾਤਮਾ ਦੇ ਬੱਚੇ ਆ, ਇੱਥੇ ਕੋਈ ਜਾਤ ਪਾਤ ਨਹੀਂ ਹੈਗੀ। ਠੀਕ ਆ, ਤੇ ਕਾਫੀ ਲੋਕ ਜਿਹੜੇ ਸੀਗੇ ਗੁਰੂ ਦੇ ਕਹਿ ਲਓ ਵੀ ਭਗਤ ਬਣੇ, ਹਨਾ, ਮਤਲਬ ਗੁਰੂ ਦੀਆਂ ਗੱਲਾਂ ਉਹਨਾਂ ਨੂੰ ਸੱਚੀਆਂ ਲੱਗੀਆਂ। ਠੀਕ ਹੈ, ਇਹ ਵੀ ਚੀਜ਼ ਇਹਨਾਂ ਨੇ ਇੱਥੇ ਕੀਤੀ ਆ ਵੀ ਸਮਾਜ ਵਰਗਾਂ ਦੇ ਵਿੱਚ ਵੰਡਿਆ, ਉਹਦੀ ਖੰਡਤਾ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ। ਤੇ ਕਾਫੀ ਲੋਕ ਜਿਹੜੇ ਸੀ ਉਹਨਾਂ ਦੀਆਂ ਸਿੱਖਿਆਵਾਂ ਨੂੰ ਮੰਨਦੇ ਸੀ। ਠੀਕ ਹੈ, ਜੇਕਰ ਆਰਥਿਕ ਦਸ਼ਾ ਦੀ ਗੱਲ ਕਰੀਏ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਖੇਤੀਬਾੜੀ ਕਾਫੀ ਪ੍ਰਫੁੱਲਿਤ ਹੋਈ ਮੱਧਕਾਲੀਨ ਇਤਿਹਾਸ ਦੇ ਵਿੱਚ। ਠੀਕ ਹੈ, ਕੀਮਤੀ ਪੱਥਰ, ਮਸਾਲੇ, ਸਿਲਕ, ਊਨੀ ਕੱਪੜੇ, ਠੀਕ ਹੈ, ਲੱਕੜੀ, ਸਬਜ਼ੀਆਂ, ਨਾਰੀਅਲ, ਏਦਾਂ ਦਾ ਸਮਾਨ ਜਿਹੜਾ ਸੀ ਸਾਡਾ ਦੇਸ਼ ਉਸ ਸਮੇਂ ਬਾਹਰ ਭੇਜਦਾ ਸੀ। ਜਦ ਕਿ ਮੱਧ ਏਸ਼ੀਆ ਤੋਂ ਭਾਰਤ ਵਿੱਚ ਖਜੂਰਾਂ, ਤੇ ਬਾਹਰੋਂ ਸਾਡੇ ਦੇਸ਼ ਦੇ ਵਿੱਚ ਕੀ ਆਉਂਦੀਆਂ ਸੀ? ਖਜੂਰਾਂ ਆਉਂਦੀਆਂ ਸੀ, ਸ਼ਰਾਬ ਆਉਂਦੀ ਸੀ, ਤੇ ਘੋੜੇ ਜਿਹੜੇ ਸੀ ਬਾਹਰੋਂ ਮੰਗਵਾਏ ਜਾਂਦੇ ਸੀ। ਬਸ ਕਨੌਜ ਲਈ ਸੰਘਰਸ਼ ਇੱਕ ਨਾ ਤ੍ਰਿਪੱਖੀ। ਠੀਕ ਹੈ, ਇਸ ਤੋਂ ਬਾਅਦ ਤੁਸੀਂ ਯਾਦ ਰੱਖਣਾ ਵਾ ਇੱਕ ਨਾ ਸਾਨੂੰ ਤ੍ਰਿਪੱਖੀ ਜਿਹੜਾ ਸੰਘਰਸ਼ ਆ ਉਹ ਬਹੁਤ ਪੁੱਛਿਆ ਜਾਂਦਾ। ਠੀਕ ਆ, 3 ਤਰ੍ਹਾਂ ਦੇ ਵੰਸ਼ ਸੀਗੇ।
ठीक है, जिन्हां दे विच त्रिपक्षी संघर्ष होया सी। ठीक है, ये किहड़े किहड़े शासक सीगे, ठीक है, वो तुसीं याद रखने आ। पाल, ठीक है, पाल हो गए, गुर्जर प्रतिहार हो गए, पाल हो गए, गुर्जर प्रतिहार हो गए, ठीक है, पाल, गुर्जर प्रतिहार ते राष्ट्रकूट। ठीक है, राष्ट्रकूट। ठीक है, ये जिहड़े तीन वंश सी ना, ये जिहड़े तीन वंश सीगे, इन्हां ने कनौज नूं जितण लई, ठीक है, इन्हां दे विच कनौज नूं जितण लई संघर्ष शुरू होया सी। ठीक है, पाल वंश आंदे अहीं कनौज नूं जित लईए, गुर्जर प्रतिहार कहंदे अहीं जित लईए, राष्ट्रकूट आंदे अहीं जित लईए, ते सब तो वड्डी चीज भी 200, ठीक है, 200 साल तक, 200 साल तक ये जिहड़ा संघर्ष आ ये चलदा रहा। 200 साल तक जिहड़ा ये संघर्ष आ ये चलदा रहा। ठीक है, इसे ही करके इतिहासकार इन्हां नूं की कहंदे आ, त्रै-पक्षी संघर्ष, त्रै-पक्षी संघर्ष, क्योंकि इस संघर्ष नूं जितण लई तीन वंशां दे विच जिहड़ा सी, जिहड़ा झगड़ा सी वो चलदा रहा। पाल, गुर्जर प्रतिहार ते राष्ट्रकूट 200 साल तक चलदा रहा। इसे ही करके इन्हां तिन्नां वंशां दी जिहड़ी आ धन दी हानि बहुत होई। ठीक है जी, देखो इन्ना लंबा समा जिहड़ा वा इन्हां दे विच संघर्ष चलदा रहा। जे इहदे अग्गों उत्तराधिकारी आउंदे रहे वो भी संघर्ष करी गए, जे गुर्जर प्रतिहार दे अग्गों उत्तराधिकारी आउंदे गए वो भी संघर्ष करी गए, राष्ट्रकूट जिहड़े आए उन्हां दे उत्तराधिकारी भी अग्गों संघर्ष करी गए। कुल मिला के 200 साल जिहड़ा संघर्ष चलदा रहा तीन वंशां दे विच, जिहदी वजह करके इहनूं ही त्रै-पक्षी अंदोलन जिहड़ा वा किहा जांदा। उस तो बाद इन्हां ने पृथ्वी राज चौहान बारे दस्सिया वा। चाहवान जिहड़ा, चाहमान जिहड़े लोक सी हना, हौली हौली उन्हां नूं चौहान कहण लग पे। ते गजनी बारे ते गौरी बारे मैं डिटेल दे विच वीडियो पाइयां, वो भी मैं पिन कर दिन्नी आ। ठीक है, वैसे तो डिस्क्रिप्शन दे विच भी तुहानूं मिल जाणगियां। बस मुहम्मद गौरी दे बारे उन्होंने थोड़ी जानकारी दित्ती है, गजनी बारे दित्ती है, ते इहदे बारे ते मैं बहुत डिटेल दे विच कराया, गजनी बारे भी ते गौरी बारे भी। ठीक है, इत्थों साडा चैप्टर जिहड़ा वा दूजा जिहड़ा वा, ठीक है, पंजाब बोर्ड की बुक तो जिहड़ा दूजा चैप्टर आ हना 7वीं क्लास का नवे राज ते राजे ये खत्म हुंदा, जिहड़ा कि मैं तुहानूं करवाता। ठीक है, ते अगे इन्हां ने दिता वा राजों में प्रशासन। ठीक है, जिहड़ा कि आपां इत्थों पढ़ना वा, इन्हां ने कहा वा इन नए राजाओं में से कईयों में महाराजा धीराज, त्रिभुवन चक्रवर्तन और इसी तरह की अन्य भारी भरकम उपाधियां धारण करते। ठीक है, इन्हां ने इत्थे दस्सिया वा कि जिहड़े राजे सी ਉਹ कुछ उपाधियां धारण करते सी, ਜਿਹੜੀਆਂ कि साडे पंजाब बोर्ड की बुक दे विच नहीं दसियां। इहो ही चैप्टर चलदा पिया जे अपना पंजाब बोर्ड की बुक तो खत्म हो गया वा, NCERT ते चलदा पिया वा। ਇਹ इत्थे कहंदे आ, ਇਹ ਕਹਿੰਦੇ ਆ भी ਜਿਹੜੇ राजे ही ਕਿਹੜੀਆਂ ਕਿਹੜੀਆਂ उपाधियां धारण करते सी। महाधराज, महाधराज की उपाधि होगी, ते दूजी इन्हां ने लिखी आ त्रिभुवन चक्रवर्तन। ठीक है, त्रिभुवन, ठीक है, इस तरह करके इन्होंने लिखा वा त्रिभुवन चक्रवर्तन, चक्रवर्तन। जे पूछा जाए भी ये की आ ते इन्हां तो तुसीं याद रखना भी ये उपाधियां सी जिहड़े राजे धारण करते सी, लेकिन इस तरह के दावों के बावजूद भी अपने सामंतों और साथ ही साथ किसान, व्यापारी तथा ब्राह्मणों के संगठनों के साथ अपनी सत्ता की साझेदारी करते सी। इन्हां दे